ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਡਾਕਟਰ ਮਨਦੀਪ ਕੌਰ ਫਰਮ ਪ੍ਰੀਤ ਚਹਿਲ ਕਲੀਨਿਕ ਲੁਧਿਆਣਾ। ਅੱਜ ਅਸੀਂ ਗੱਲ ਕਰਾਂਗੇ ਯੂਰੀਨਰੀ ਇਨਫੈਕਸ਼ਨ, ਯੂਰੀਨਰੀ ਟਰੈਕਟ ਇਨਫੈਕਸ਼ਨਸ, ਜਿਹਨੂੰ UTI ਦਾ ਲੇਬਲ ਦਿੱਤਾ ਜਾਂਦਾ ਹੈ। ਯੂਰਿਨ ਸਾਡੀ ਬੋਡੀ ਵਿੱਚੋਂ ਬਣਦਾ ਹੈ ਬਲੱਡ ਨੂੰ ਪਿਊਰੀਫਾਈ ਹੋ ਕੇ ਜਿਹੜੀ ਇੰਪਿਊਰਿਟੀਜ਼ ਸਾਡੀ ਬੋਡੀ ਤੋਂ ਬਾਹਰ ਥਰੋ ਕਰਨੀਆਂ ਹੁੰਦੀਆਂ ਉਹ ਪਿਸ਼ਾਬ ਦੇ ਰਾਹੀਂ ਬਣ ਕੇ ਐਕਸਕ੍ਰੀਟ ਕੀਤੀਆਂ ਜਾਂਦੀਆਂ ਨੇ। ਹੁਣ ਇਹ ਯੂਰੀਨਰੀ ਸਿਸਟਮ ਬਣਿਆ ਹੋਇਆ ਕਿਡਨੀਜ਼, ਸਾਡੀ ਬੋਡੀ ਵਿੱਚ 2 ਕਿਡਨੀਜ਼ ਹੁੰਦੀਆਂ ਨੇ ਜਿਹੜੀ ਇੱਕ ਪਾਈਪ ਦੇ ਨਾਲ ਸਾਡੇ ਪਿਸ਼ਾਬ ਦੀ ਥੈਲੀ ਨੂੰ ਕਨੈਕਟਡ ਹੈ। ਇਸ ਪਾਈਪ ਨੂੰ ਯੂਰੇਟਰਸ ਕਹਿੰਦੇ, ਜਿਹੜਾ 22 ਤੋਂ 30 ਸੈਂਟੀਮੀਟਰਸ ਲੰਬਾ ਹੁੰਦਾ ਹੈ। ਪਿਸ਼ਾਬ ਦੀ ਥੈਲੀ ਜਿਹੜੀ ਇੱਕ ਟੈਂਪਰੇਰੀ ਸਟੋਰੇਜ ਸਪੇਸ ਹੈ ਜਿਹਦੇ ਵਿੱਚ ਪਿਸ਼ਾਬ ਇਕੱਠਾ ਹੁੰਦਾ ਹੈ। ਅਸੀਂ ਜਦੋਂ ਕੋਈ ਕੰਫਰਟੇਬਲ ਸਪੇਸ ਮਿਲਦਾ ਸਾਨੂੰ ਤਾਂ ਅਸੀਂ ਯੂਰਿਨ ਪਾਸ ਕਰ ਸਕਦੇ ਹਾਂ। ਇਹ ਪਿਸ਼ਾਬ ਦੀ ਥੈਲੀ ਯਾਨੀ ਕਿ ਯੂਰੀਨਰੀ ਬਲੈਡਰ ਦੀ ਕੈਪੈਸਿਟੀ ਕਰੀਬਨ 300 ਤੋਂ 400 ml ਨਾਰਮਲੀ ਹੁੰਦੀ ਹੈ, ਜਿਹਦੇ ਤੋਂ ਬਾਅਦ ਸਾਨੂੰ ਪ੍ਰੈਸ਼ਰ ਫੀਲ ਹੋਣਾ ਸ਼ੁਰੂ ਹੋ ਜਾਂਦਾ ਹੈ। ਪਿਸ਼ਾਬ ਦੀ ਥੈਲੀ ਦੇ ਥੱਲੇ ਜਿਹੜੀ ਪਾਈਪ ਹੈ ਜਿਹਨੂੰ ਯੂਰੇਥਰਾ ਕਹਿੰਦੇ ਹੈ, ਉਹ ਲੇਡੀਜ਼ ਵਿੱਚ 4 ਸੈਂਟੀਮੀਟਰਸ ਐਂਡ ਜੈਂਟਸ ਵਿੱਚ 20 ਸੈਂਟੀਮੀਟਰਸ ਦਾ ਹੁੰਦਾ ਹੈ। ਹਰ ਲੇਡੀ ਨੇ ਆਪਣੀ ਲਾਈਫ ਵਿੱਚ ਇੱਕ ਵਾਰ ਜਾਂ ਇੱਕ ਤੋਂ ਜ਼ਿਆਦਾ ਵਾਰ ਯੂਰਿਨ ਦੀ ਇਨਫੈਕਸ਼ਨ ਨੂੰ ਫੇਸ ਕੀਤਾ ਹੁੰਦਾ ਹੈ, ਐਸਪੈਸ਼ਲੀ ਯੰਗ ਸੈਕਸ਼ੂਅਲੀ ਐਕਟਿਵ ਵੂਮਨ, ਜਿਹਨੂੰ ਅਸੀਂ ਹਨੀਮੂਨ ਸਿਸਟਾਈਟਿਸ ਦਾ ਨਾਂ ਦਿੰਦੇ ਹਾਂ। ਰਿਲੇਸ਼ਨਸ ਕਰਨ ਤੋਂ ਬਾਅਦ ਯੂਰਿਨ ਇਨਫੈਕਸ਼ਨਸ ਦੀ ਫ੍ਰੀਕੁਐਂਸੀ ਵੱਧ ਸਕਦੀ ਹੈ। ਪੋਸਟ ਮੈਨੋਪੌਜ਼ਲ ਵੂਮਨ ਦੇ ਵਿੱਚ ਹਾਰਮੋਨ ਲੈਵਲ ਘੱਟ ਹੋਣ ਕਰਕੇ, ਇਲਾਸਟਿਸਿਟੀ ਘੱਟ ਹੋਣ ਕਰਕੇ ਇਨਫੈਕਸ਼ਨਸ ਦੀ ਟੈਂਡੈਂਸੀ ਵੱਧ ਜਾਂਦੀ ਹੈ। ਨਾਓ ਆਪਾਂ ਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਯੂਰਿਨ ਦੀ ਇਨਫੈਕਸ਼ਨ ਹੋ ਰਹੀ ਹੈ? ਕੁਝ ਸਿੰਪਟਮਸ ਨੇ ਜਿਨ੍ਹਾਂ ਦੇ ਉੱਤੇ ਆਪਾਂ ਧਿਆਨ ਦੇਣਾ ਹੈ ਤਾਂ ਸਾਨੂੰ ਪਤਾ ਲੱਗੇਗਾ ਕਿ ਯੂਰਿਨ ਇਨਫੈਕਸ਼ਨ ਹੋ ਸਕਦਾ ਹੈ। ਬਿਗਨਿੰਗ ਵਿੱਚ ਜੇ ਯੂਰਿਨ ਕਰਦੇ ਹੋਏ ਪੇਨ ਹੋ ਰਿਹਾ ਯਾਨੀ ਕਿ ਪੇਨਫੁਲ ਯੂਰੀਨੇਸ਼ਨ ਹੋ ਰਿਹਾ ਤਾਂ ਉਹ UTI ਹੋ ਸਕਦਾ ਹੈ। ਜੇ ਯੂਰਿਨ ਕਰਨ ਤੋਂ ਬਾਅਦ ਵੀ ਤੁਹਾਨੂੰ ਇਸ ਤਰ੍ਹਾਂ ਫੀਲ ਹੋ ਰਿਹਾ ਕਿ ਹਲੇ ਹੋਰ ਦੁਬਾਰਾ ਜਾਣਾ ਪਏਗਾ ਤੇ ਉਹਨੂੰ ਅਰਜੈਂਸੀ ਕਹਿੰਦੇ ਆ। ਜੇ ਬਾਰ-ਬਾਰ ਯੂਰਿਨ ਕਰਨ ਜਾਣਾ ਪੈ ਰਿਹਾ ਦੈਟ ਇਜ਼ ਇੰਕਰੀਜ਼ਡ ਫ੍ਰੀਕੁਐਂਸੀ। ਜੇ ਯੂਰਿਨ ਤੋਂ ਸਮੈਲ ਆ ਰਹੀ ਹੈ, ਸਮੈਲੀ ਯੂਰਿਨ ਹੋ ਰਿਹਾ, ਓਫੈਂਸਿਵ ਸਮੈਲ ਆ ਰਹੀ ਹੈ ਤਾਂ ਉਹ ਸਿਗਨੀਫਿਕੈਂਟ ਹੋ ਸਕਦਾ ਹੈ, ਇਨਫੈਕਸ਼ਨ ਦੀ ਵਜ੍ਹਾ ਨਾਲ ਹੋ ਸਕਦਾ ਹੈ। ਜੇ ਯੂਰਿਨ ਕਲੀਅਰ ਨਹੀਂ ਹੈ, ਬਿਲਕੁਲ ਸਾਫ਼ ਪਾਣੀ ਵਰਗਾ ਪਿਸ਼ਾਬ ਨਹੀਂ ਆ ਰਿਹਾ ਹੈ, ਉਹ ਕਲਾਊਡੀ ਹੈ ਜਾਂ ਉਹਦੇ ਵਿੱਚ ਪਸ ਤੁਹਾਨੂੰ ਲੱਗ ਰਿਹਾ ਹੈ ਜਾਂ ਜੇ ਉਹਦੇ ਵਿੱਚ ਬਲੱਡ ਆ ਰਿਹਾ ਫਿਰ ਉਹ ਇਨਫੈਕਸ਼ਨ ਤੋਂ ਵੱਧ ਕੇ ਵੀ ਕੁਝ ਹੋਰ ਹੋ ਸਕਦਾ ਹੈ, ਤੁਹਾਨੂੰ ਟ੍ਰੀਟਮੈਂਟ ਦੀ ਲੋੜ ਪੈ ਸਕਦੀ ਹੈ। ਜੇ ਤੁਹਾਨੂੰ ਥੋੜ੍ਹੇ ਥੱਲੇ ਵਾਲੇ ਪਾਰਟ ਵਿੱਚ ਪੇਟ ਵਿੱਚ ਪੇਨ ਫੀਲ ਹੋ ਰਹੀ ਹੈ, ਪੇਨ ਐਬਡੋਮਨ ਫੀਲ ਹੋ ਰਹੀ ਹੈ ਤਾਂ ਉਹ ਸਿਸਟਾਈਟਿਸ ਦੀ ਵਜ੍ਹਾ ਨਾਲ ਹੋ ਸਕਦਾ ਹੈ, ਯਾਨੀ ਕਿ ਪਿਸ਼ਾਬ ਦੀ ਥੈਲੀ ਤੱਕ ਇਨਫੈਕਸ਼ਨ ਪਹੁੰਚ ਚੁੱਕਿਆ ਹੈ। ਜੇ ਤੁਹਾਨੂੰ ਕਮਰ ਵਾਲੇ ਪਾਸੇ ਪੇਟ ਦੇ ਪਿੱਛੇ ਵਾਲੇ ਹਿੱਸੇ ਥੋੜੀ ਦਰਦ ਮਹਿਸੂਸ ਹੋ ਰਹੀ ਹੈ ਦੈਟ ਮੀਨਸ ਇਨਫੈਕਸ਼ਨ ਕਿਡਨੀਜ਼ ਤੱਕ ਵੀ ਹੋ ਸਕਦਾ ਹੈ, ਜਿਹਨੂੰ ਪਾਇਲੋਨੇਫਰਾਈਟਿਸ ਵੀ ਕਹਿੰਦੇ ਹੈ। ਇਹਦੇ ਨਾਲ ਯੂਜੂਅਲੀ ਬੁਖਾਰ, ਹਾਈ ਗ੍ਰੇਡ ਕਪਕਪੀ ਦੇ ਨਾਲ ਬੁਖਾਰ ਆਣਾ, ਤੇਜ਼ ਫੀਵਰ ਵਿਦ ਚਿਲਸ ਕਹਿੰਦੇ ਆ ਜਿਹਨੂੰ 102 103 ਬੁਖਾਰ ਚੜ੍ਹ ਸਕਦਾ ਹੈ। ਇਹਨਾਂ ਚੀਜ਼ਾਂ ਨੂੰ ਸੈਲਫ ਟ੍ਰੀਟ ਨਾ ਕੀਤਾ ਜਾਏ ਤਾਂ ਜ਼ਿਆਦਾ ਬੈਟਰ ਹੈ। ਬਟ ਅੱਜ ਅਸੀਂ ਗੱਲ ਕਰਾਂਗੇ ਬੇਸਿਕ ਪ੍ਰੀਕਾਸ਼ਨਸ ਜਿਹਦੇ ਨਾਲ ਇਨਫੈਕਸ਼ਨਸ ਬਾਰ-ਬਾਰ ਨਾ ਹੋਣ ਐਂਡ ਅਸੀਂ ਸੇਫ ਰਹਿ ਸਕੀਏ, ਜਿਹਦੇ ਵਿੱਚ ਬਿਗਨਿੰਗ ਵਿੱਚ ਕੀਪ योरसेल्फ ਹਾਈਡਰੇਟਡ। ਬਹੁਤ ਜ਼ਿਆਦਾ ਪਾਣੀ ਅੱਛਾ ਕੁਆਂਟਿਟੀ में 8 ਤੋਂ 10 ਗਲਾਸ ਪਾਣੀ ਡੇਲੀ ਪੀਣ ਨਾਲ ਸਾਡੀ ਬੋਡੀ ਫਲਸ਼ ਆਊਟ ਰਹਿੰਦੀ ਹੈ, ਕਲੀਨ ਰਹਿੰਦੀ ਹੈ। ਪਿਸ਼ਾਬ ਦੀ ਥੈਲੀ ਦੇ ਅੰਦਰ ਬੈਕਟੀਰੀਆ ਜਿਹੜੇ ਹੈ ਸਟਿਕ ਨਹੀਂ ਕਰ ਪਾਉਂਦੇ, ਗਰੋ ਨਹੀਂ ਕਰ ਪਾਉਂਦੇ ਤਾਂ ਅਸੀਂ ਇਨਫੈਕਸ਼ਨਸ ਤੋਂ बच सकते हैं। गुड इम्यूनिटी, ईटिंग अ लॉट ऑफ विटामिन C, आजकल सब इस बारे में बात कर रहे हैं। सो गुड इम्यूनिटी प्रोटेक्ट्स अस फ्रॉम लॉट ऑफ इन्फेक्शंस। थर्ड पॉइंट इज़ वेयरिंग लूज कॉटन अंडरगारमेंट्स। अपने अंडरगारमेंट्स ਨੂੰ ਡਰਾਈ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਸ ਤਰ੍ਹਾਂ ਆਪਣਾ ਪਿਛਲੀ ਵੀਡੀਓ ਵਿੱਚ ਵੀ ਗੱਲ ਕੀਤੀ ਸੀ, ਜਿੱਥੇ ਵੀ ਮੋਇਸਟ ਏਰੀਆ ਹੁੰਦਾ ਹੈ ਉੱਥੇ ਬੈਕਟੀਰੀਆ ਗਰੋ ਕਰ ਸਕਦਾ ਹੈ। Very important point is after relations try to wash and clean your areas, personal areas, to prevent bacterial growth, especially for women, and clean it from front to back. Wipe from front to back, ਅੱਗੇ ਤੋਂ ਪਿੱਛੇ ਤੱਕ ਪਿਸ਼ਾਬ ਵਾਲੀ ਥੈਲੀ ਤੋਂ ਲੈ ਕੇ ਲੈਟਰਨ ਵਾਲੀ ਜਗ੍ਹਾ ਤੱਕ ਸਾਫ਼ ਕਰਨਾ ਹੈ। ਲੈਟਰਨ ਦੇ ਰਸਤੇ ਵਿੱਚ ਨਾਰਮਲੀ ਈਕੋਲਾਈ, ਸਿਊਡੋਮੋਨਾਸ ਵਰਗੇ ਬੈਕਟੀਰੀਆਜ਼ ਰਹਿੰਦੇ ਹੈ ਜਿਹੜੇ ਯੂਰਿਨ ਵਿੱਚ ਈਜ਼ੀਲੀ ਆ ਕਰਕੇ ਗਰੋ ਕਰਕੇ ਇਨਫੈਕਸ਼ਨਸ ਨੂੰ ਵਧਾ ਸਕਦੇ ਆ। ਐਂਡ ਦੈਨ ਜਿਹੜੀ ਚੀਜ਼ਾਂ ਆਪਾਂ ਅਵੋਇਡ ਕਰਨੀਆਂ ਦੈਟ ਇਜ਼ ਸੋਡਾ, ਸ਼ੂਗਰ ਐਂਡ ਕੈਫੇਨ। Caffeine irritates our bladder and increases the frequency of urination. So these are very simple tips to prevent UTI and hope you all stay healthy and happy. Thank you.